ਅੱਜ ਦੇਸ਼ ਪੂਰੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਹੈ। ਹਰ ਕੋਈ ਆਜ਼ਾਦੀ ਦਿਹਾੜਾ ਬਣਾ ਰਿਹਾ। 76 ਸਾਲ ਸਾਡੇ ਦੇਸ਼ ਦੀ ਆਜ਼ਾਦੀ ਨੂੰ ਹੋ ਗਏ ਨੇ ਔਰ ਹਰ ਜਗ੍ਹਾ ਤੇ ਰੰਗ ਵੇਖਣ ਨੂੰ ਮਿਲ ਰਹੇ ਨੇ। ਕੋਈ ਸੂਬਾ ਕਿਸੇ ਵੱਖਰੇ ਢੰਗ ਦੇ ਨਾਲ ਬਣਾ ਰਿਹਾ ਔਰ ਸਵੇਰ ਤੋਂ ਜਦੋਂ ਤੋਂ ਝੰਡਾ ਲਹਿਰਾਇਆ ਗਿਆ ਤਦੋਂ ਤੋਂ ਹਰ ਇੱਕ ਹਿੰਦੁਸਤਾਨੀ ਕਮਾਨ ਮਹਿਸੂਸ ਕਰ ਰਿਹਾ ਹੈਗਾ। ਲਗਾਤਾਰ ਲਿਵਿੰਗ ਇੰਡੀਆ ਨਿਊਜ਼ ਵੀ ਤੁਹਾਡੇ ਤੱਕ ਤਸਵੀਰਾਂ ਪਹੁੰਚਾ ਰਿਹਾ। ਅੱਜ ਤੁਹਾਨੂੰ ਲਿਵਿੰਗ ਇੰਡੀਆ ਨਿਊਜ਼ ਦੇ ਘਰ ਦੇ ਵਿੱਚ ਯਾਨੀ ਕਿ ਨਿਊਜ਼ ਰੂਮ ਦੇ ਵਿੱਚ ਲੈ ਕੇ ਪਹੁੰਚਿਆ, ਜਿੱਥੋਂ ਤੁਹਾਡੇ ਤੱਕ ਖਬਰਾਂ ਪਹੁੰਚਦੀਆਂ ਨੇ। ਔਰ 76 ਸਾਲ ਪੂਰੇ ਹੋਣ ਤੋਂ ਬਾਅਦ ਸਾਡਾ ਸਟਾਫ ਕੀ ਸੋਚਦਾ ਹੈ, ਤੁਹਾਡੇ ਤੱਕ ਜਿਹੜੇ ਖਬਰਾਂ ਪਹੁੰਚਾਉਂਦੇ ਨੇ, ਦੇਸ਼ ਦੀ ਹੋਵੇ ਵਿਦੇਸ਼ ਦੀ ਹੋਵੇ, ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਦੀ ਹੈਗੀ ਆ ਸਾਡੇ ਇੱਕ ਇਹਨਾਂ ਸਟਾਫ ਦੇ ਜ਼ਰੀਏ ਦੇ ਰਾਹੀਂ। ਔਰ ਅੱਜ ਜਦੋਂ 76 ਸਾਲ ਪੂਰੇ ਹੋਏ ਨੇ ਤੇ ਇਹ ਆਜ਼ਾਦੀ ਕਿਸ ਤਰੀਕੇ ਨਾਲ ਜਿਹੜੇ ਸਮਝਦੇ ਨੇਗੇ। ਔਰ ਇਹ ਗੁਬਾਰੇ ਤੁਹਾਨੂੰ ਅੱਜ ਸਾਡੀ ਨਿਊਜ਼ ਰੂਮ ਦੇ ਵਿੱਚ ਵੀ ਜਿਹੜੀ ਸਜਾਵਟ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ, ਗੁਬਾਰਿਆਂ ਦੇ ਨਾਲ ਹੋਵੇ, ਤਿਰੰਗੇ ਝੰਡੇ ਦੇ ਨਾਲ ਹੋਵੇ, ਉਹ ਵੀ ਰੰਗਿਆ ਹੋਇਆ ਔਰ ਸਟਾਫ ਵੀ ਬੈਠਾ ਹੈ, ਲਗਾਤਾਰ ਕੰਮ ਕਰ ਰਿਹਾ। ਦੇਸ਼ ਦੀਆਂ ਵੱਖ-ਵੱਖ ਭਾਵੇਂ ਜਿੱਥੇ ਪ੍ਰਧਾਨ ਮੰਤਰੀ ਪਹੁੰਚੇ ਨੇ, ਜਿੱਥੇ ਮੁੱਖ ਮੰਤਰੀ ਪਹੁੰਚੇ ਨੇ, ਹਰ ਇੱਕ ਤਸਵੀਰ ਇਸ ਨਿਊਜ਼ ਰੂਮ ਤੋਂ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈਗੀ ਆ। ਸੀਨੀਅਰ ਪੱਤਰਕਾਰ ਸੁਖਵਿੰਦਰ ਸ਼ੇਰਗਿੱਲ ਵੀ ਮੇਰੇ ਨਾਲ ਮੌਜੂਦ ਨੇਗੇ। ਸ਼ੇਰਗਿੱਲ ਭਾਈ, 76 ਸਾਲ ਪੂਰੇ ਹੋ ਗਏ ਦੇਸ਼ ਦੀ ਆਜ਼ਾਦੀ ਨੂੰ, ਤੁਸੀਂ ਅੱਜ ਲਗਾਤਾਰ ਖਬਰਾਂ ਪਹੁੰਚਾ ਰਹੇ ਹੈਗੇ ਹੋ, ਲੇਕਿਨ ਸ਼ੇਰਗਿੱਲ ਦੇ ਮਨ ਦੇ ਵਿੱਚ 76 ਸਾਲ ਦੀ ਆਜ਼ਾਦੀ ਕੀ ਹੈਗੀ? 76 ਸਾਲ ਦੀ ਆਜ਼ਾਦੀ ਦਾ ਇਹ ਹੈ ਕਿ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ। ਹਰ ਜਿਸ ਨੇ ਸਿੱਖਾਂ ਦੀ ਕਮਿਊਨਿਟੀ ਦੀ ਗੱਲ ਕੀਤੀ ਜਾਵੇ, ਪੰਜਾਬ ਦੀ ਗੱਲ ਕੀਤੀ ਜਾਵੇ, ਤਾਂ ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਦੀ ਅਗਵਾਈ ਕੀਤੀ ਹੈ। ਉਹ ਭਾਵੇਂ ਦੇਸ਼ ਦਾ ਤਿਰੰਗਾ ਲਹਿਰਾਉਣ ਦੇ ਲਈ ਦਿੱਤੀਆਂ ਕੁਰਬਾਨੀਆਂ ਹੋਣ ਜਾਂ ਅੱਜ ਫਿਰ ਤਿਰੰਗਾ ਲਹਿਰਾਉਣ ਦਾ ਜਿਹੜੀ ਰੀਤ ਹੈ ਉਸ ਦੇ ਲਈ ਕੁਰਬਾਨੀਆਂ ਹੁਣ ਲਗਾਤਾਰ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਜਾ ਰਹੀਆਂ ਨੇ। ਦੇਸ਼ ਦੀਆਂ ਸਰਹੱਦਾਂ ਹੱਦਾਂ ਤੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹੁੰਦੀਆਂ ਨੇ। ਤੇ ਖਾਸ ਕਰ ਇੱਕ ਗੱਲ ਮੇਰੇ ਯਾਦ ਆਉਂਦਾ, ਪਿਛਲੇ ਦਿਨਾਂ ਦੇ ਵਿੱਚ ਕੁਝ ਘਟਨਾਵਾਂ ਹੋਈਆਂ ਤਿਰੰਗੇ ਨੂੰ ਲੈ ਕੇ, ਖਾਸ ਕਰਕੇ ਬਹੁਤ ਸਾਰੇ ਥਾਵਾਂ 'ਤੇ ਤਿਰੰਗੇ ਦਾ ਅਪਮਾਨ ਕੀਤਾ ਗਿਆ ਸਾਡੀ ਕਮਿਊਨਿਟੀ ਵੱਲੋਂ। ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਅਸੀਂ ਇਸ ਤਿਰੰਗੇ ਨੂੰ ਲਹਿਰਾਉਣ ਦੇ ਲਈ ਤੇ ਲਹਿਰਾਉਂਦਾ ਰੱਖਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ। ਤੇ ਸਾਡਾ ਉਸ ਚੀਜ਼ ਦੇ ਵਿੱਚ, ਜਿਸ ਚੀਜ਼ ਦੇ ਵਿੱਚ ਅਸੀਂ ਯੋਗਦਾਨ ਪਾਇਆ, ਅੱਜ ਅਸੀਂ ਉਸੇ ਤਿਰੰਗੇ ਦਾ ਅਪਮਾਨ ਕਰਦੇ ਹਾਂ, ਜਦ ਕਿ ਸਭ ਤੋਂ ਵੱਡਾ ਦਾਅਵਾ ਪੰਜਾਬ ਕਮਿਊਨਿਟੀ ਦਾ, ਸਿੱਖ ਕਮਿਊਨਿਟੀ ਦਾ ਦਾਅਵਾ ਤਿਰੰਗੇ ਤੇ ਹੈ। ਤੇ ਅਸੀਂ ਉਸ ਦਾ ਅਪਮਾਨ ਕਿਸ ਤਰ੍ਹਾਂ ਕਰ ਸਕਦੇ ਹਾਂ? ਇੱਕ ਪ੍ਰੋਪੋਗੰਡਾ ਹਮੇਸ਼ਾ ਹੀ ਦੇਸ਼ ਦੇ ਵਿੱਚ ਚਲਾਇਆ ਜਾਂਦਾ ਹੈ ਕਿ ਤਿਰੰਗੇ ਦਾ ਅਪਮਾਨ ਹੋ ਗਿਆ। ਮੈਂ ਹਰ ਪੰਜਾਬੀ ਨੂੰ, ਹਰ ਸਿੱਖ ਨੂੰ ਅਪੀਲ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਨਾ ਹੋਵੇ, ਕਿਉਂਕਿ ਜਿਹੜੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੇਂਦਰ ਦੇ ਵਿੱਚ ਸਥਾਪਿਤ ਰਹੀਆਂ ਸਰਕਾਰਾਂ ਨੇ, ਜਿਹੜੀਆਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਰਹੀਆਂ, ਉਹਨਾਂ ਨੇ ਸਾਡੇ ਹੱਕ ਨਹੀਂ ਦਿੱਤੇ। ਉਸ ਦਾ ਹੋਰ ਢੰਗ ਤਰੀਕੇ ਹੋ ਸਕਦੇ ਆ, ਉਹਨਾਂ ਦੇ ਲਈ ਸਾਨੂੰ ਨਵੇਂ ਢੰਗ ਅਪਣਾਉਣੇ ਪੈਣਗੇ ਸਾਡੇ ਹੱਕ ਲੈਣ ਦੇ ਲਈ। ਪਰ ਸਾਨੂੰ ਜਿਸ ਤਿਰੰਗੇ ਦੇ ਲਈ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ, ਉਸ ਦਾ ਅਪਮਾਨ ਅਸੀਂ ਨਾ ਕਰੀਏ। ਅਸੀਂ ਇੱਕ ਛੋਟੀ ਜਿਹੀ ਅਪੀਲ ਹੈ, ਹੋ ਸਕਦਾ ਕਿ ਮੈਂ ਗਲਤ ਹੋਵਾਂ, ਇਹ ਵੀ ਹੋ ਸਕਦਾ, ਪਰ ਮੈਨੂੰ ਇਹ ਲੱਗਦਾ ਕਿ ਜਿਸ ਤਿਰੰਗੇ ਦੇ ਲਈ ਸਾਡੇ ਬਜ਼ੁਰਗਾਂ ਨੇ ਲਹੂ ਡੋਲਿਆ, ਜਿਸ ਤਿਰੰਗੇ ਦੇ ਲਈ ਸਾਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ, ਉਸ ਤਿਰੰਗੇ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਡੈਮੋਕ੍ਰੇਸੀ ਦੇ ਵਿੱਚ ਲਿਆਉਣ ਵਾਲਾ, ਕਿਉਂਕਿ ਡੈਮੋਕ੍ਰੇਸੀ ਹੋਵੇਗੀ, ਇੱਕ ਭਾਰਤ ਇੱਕ ਇਹੋ ਜਿਹਾ ਆਜ਼ਾਦ ਦੇਸ਼ ਹੈ ਜਿਹਦੇ ਵਿੱਚ ਹਰ ਇੱਕ ਆਪਣੇ ਹੱਕ ਦੇ ਨਾਲ, ਹਰ ਇੱਕ ਭਾਵੇਂ ਵਿਰੋਧ ਹੋਵੇ ਕਿਸੇ ਦਾ ਕਰਨਾ ਹੋਵੇ, ਉਹ ਵੀ ਡੈਮੋਕ੍ਰੇਸੀ ਦੇ ਵਿੱਚ ਉਹਦਾ ਅਧਿਕਾਰ ਹੈਗਾ। ਇਹ ਭਾਰਤ ਦਾ ਇੱਕ ਸੁੰਦਰਤਾ ਹੈਗੀ ਆ। ਇੱਕ ਭਾਰਤ ਦੀ ਸੁੰਦਰਤਾ ਜਿਸ ਤਰੀਕੇ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਸਾਡਾ ਦਫ਼ਤਰ ਵੀ ਸੱਜਿਆ ਹੋਇਆ ਤੇ ਸਾਡਾ ਸੋਹਣਾ ਸਿੰਘ ਵੀ ਸੱਜ ਕੇ ਆਇਆ ਕਿ ਤਿਰੰਗੇ ਝੰਡੇ ਦੇ ਨਾਲ ਪੱਗ ਬੰਨੀ ਹੈ। ਅਰਜੁਨ ਇਹਦਾ ਨਾਮ ਹੈ, ਸਾਡਾ IT ਦਾ ਕੰਮ ਦੇਖਦਾ ਅਰਜੁਨ। ਅੱਜ ਤਿਰੰਗੇ ਜਦੋਂ ਸਜਾਇਆ ਹੋਇਆ ਪੱਗ ਦੇ ਵਿੱਚ, ਤੇ ਕਿਵੇਂ ਇੱਕ ਮਾਣ ਮਹਿਸੂਸ ਹੋ ਰਿਹਾ? 76 ਸਾਲ ਦੇ ਵਿੱਚ ਤੁਸੀਂ ਕਿਹੜੀ ਆਜ਼ਾਦੀ ਮਹਿਸੂਸ ਕਰ ਰਹੇ? ਬਹੁਤ ਮਹਿਸੂਸ ਹੋ ਰਿਹਾ, ਮਾਣ ਬਹੁਤ ਮਹਿਸੂਸ ਹੋ ਰਿਹਾ, ਕਿਉਂਕਿ ਅਸੀਂ ਪੱਗ, ਅਸੀਂ ਸਿਰ ਦਾ ਤਾਜ ਹੈ, ਸਾਨੂੰ ਮੰਨਿਆ ਜਾਂਦਾ। ਤੇ ਮੈਂ ਤਿਰੰਗੇ ਦੇਖਦਾ ਜੀ ਵੀ ਛੋਟੇ ਤਿਰੰਗੇ ਜਦੋਂ ਅਸੀਂ ਬਾਈਕਾਂ ਤੇ ਜਾਂ ਰਿਕਸ਼ਿਆਂ ਤੇ ਕਿਸੇ ਗੱਡੀਆਂ ਤੇ ਲਗਾ ਲੈਂਦੇ ਹਾਂ, ਉਹ ਅੱਜ ਦੇ ਦਿਨ ਨਹੀਂ, ਆਜ਼ਾਦੀ ਵਾਲੇ ਦਿਨ ਨਹੀਂ, ਮੈਂ ਪੈਰਾਂ 'ਚ ਰੁਲਦੇ ਦੇਖੇ। ਤੇ ਮੈਨੂੰ ਬਹੁਤ ਉਹ ਤਿਰੰਗੇ ਵੀ ਮੈਂ ਅੱਗੇ ਚੱਲਿਆ, ਮੇਰੇ ਕੋਲ ਚੱਲਣ ਨਹੀਂ ਹੋਇਆ ਗਿਆ। ਮੈਂ ਫਿਰ ਤਿਰੰਗਾ ਚੱਕ ਕੇ ਮੱਥਾ ਟੇਕ ਕੇ ਉਹਨੂੰ ਮੈਂ ਆਪਣੇ ਬੈਗ 'ਚ ਪਾ ਲਿਆ। ਮੈਂ ਇਹੋ ਅਪੀਲ ਕਰਾਂ ਵੀ ਜੇ ਤਿਰੰਗੇ ਦਾ ਮਾਣ ਕਰਦੇ ਹੋ, ਤਿਰੰਗੇ ਨੂੰ ਮਾਣ ਨਾਲ ਰੱਖੋ, ਵੀ ਪੈਰਾਂ 'ਚ ਨਾ ਆਵੇ ਕਿਸੇ ਦੇ। ਬਿਲਕੁਲ, ਇਹ ਬਿਲਕੁਲ ਸਹੀ ਚੀਜ਼ ਹੈਗੀ ਹੈ, ਕਿਉਂਕਿ ਛੋਟੇ ਜਦੋਂ ਤਿਰੰਗੇ ਅਸੀਂ ਲਾ ਤੇ ਲੈਂਦੇ ਹਾਂ, ਅੱਜ ਆਜ਼ਾਦੀ ਦਿਵਸ ਹੈ, ਆਜ਼ਾਦੀ ਦਿਹਾੜੇ ਦੇ ਵਿੱਚ ਅਸੀਂ ਲਾ ਲੈਂਦੇ ਹਾਂ, ਘਰਾਂ ਦੇ ਵਿੱਚ ਲਾ ਲਈਏ, ਗੱਡੀਆਂ ਤੇ ਮੋਟਰਸਾਈਕਲਾਂ ਤੇ ਲਾ ਲੈਂਦੇ ਹਾਂ, ਲੇਕਿਨ ਬਾਅਦ 'ਚ ਉਸ ਦੀ ਬੇਕਦਰੀ ਵੀ ਕਰ ਦਿੰਦੇ ਹਾਂ। ਲੇਕਿਨ ਪੱਗ ਦੇ ਵਿੱਚ ਸਜਾਇਆ ਜਿਹੜਾ ਝੰਡਾ ਹੈ ਨਾ, ਇਹ ਬੜਾ ਸੋਹਣਾ ਨਜ਼ਰ ਆ ਰਿਹਾ। ਹਾਂਜੀ, ਕਿਉਂਕਿ ਇਹ ਤਿਰੰਗੇ ਦਾ ਮਾਣ ਰੱਖਣ ਵਾਸਤੇ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਵਰਗੇ, ਭਗਤ ਸਿੰਘ ਵਰਗੇ ਹੱਦੇ ਫਾਂਸੀ ਤੇ ਝੜ ਗਏ। ਚੰਦਰ ਸ਼ੇਖਰ ਆਜ਼ਾਦ ਦੇਸ਼ ਲਈ, ਆਜ਼ਾਦੀ ਲਈ ਸ਼ਹੀਦ ਹੋਏ। ਅਸੀਂ ਉਹਨਾਂ ਨੇ ਆਪਣੇ ਤਿਰੰਗੇ ਦਾ ਮਾਣ ਰੱਖਣ ਵਾਸਤੇ ਆਪਣੀ ਜਾਨਾਂ ਕੁਰਬਾਨ ਕੀਤੀ, ਆਪਾਂ ਕਿਉਂ ਤਿਰੰਗੇ ਦਾ ਬੇਅਦਬੀ ਕਰੀਏ? ਤਾਂ ਬਿਲਕੁਲ ਹੋਰ ਵੀ ਹੈਗੇ ਆ। ਔਰ ਛਾਇਆ ਲਗਾਤਾਰ ਖਬਰ ਰਹੀ ਹੈ, ਸ਼ਾਇਦ 2 ਮਿੰਟ ਡਿਸਟਰਬ ਕਰੂੰਗਾ ਕਿਉਂਕਿ ਖਬਰ ਪਹੁੰਚਾਉਣਾ ਵੀ ਬਹੁਤ ਜ਼ਰੂਰੀ ਹੈਗੀ ਆ। ਲੇਕਿਨ 76 ਸਾਲ ਪੂਰੇ ਹੋ ਗਏ ਆਜ਼ਾਦੀ ਨੂੰ, ਛਾਇਆ ਨੂੰ ਕੀ ਮਹਿਸੂਸ ਹੁੰਦਾ? 76 ਸਾਲ ਦੇ ਵਿੱਚ ਛਾਇਆ ਦੇ ਲਈ ਕੀ ਆਜ਼ਾਦੀ ਹੈਗੀ ਹੈ?
ਸਰ ਦੇਖੋ, ਪਹਿਲੇ ਤਾਂ ਇਹ ਹੈ ਕਿ 76 ਸਾਲ ਹੋ ਗਏ ਹੈ ਤੇ ਦੱਸ ਦਈਏ ਕਿ ਪਿਛਲੇ ਸਕੂਲ ਦੇ ਵਿੱਚ ਜੋ ਹੈ ਅਸੀਂ ਸਟੇਡੀਅਮ ਦੇ ਵਿੱਚ ਖੁਦ ਜਾਂਦੇ ਸੀਗੇ ਹੈ ਨਾ, ਦੇਸ਼ ਰੰਗੀਲਾ ਤੇ ਡਾਂਸ ਕਰਦੇ ਸੀ ਅਸੀਂ, ਤੇ ਉਹੀ ਖਬਰ ਜੋ ਅਸੀਂ ਹੁਣ ਉਹ ਚੀਜ਼ਾਂ ਲਿਖ ਰਹੇ ਹਾਂ ਤਾਂ ਉਸ ਦੇ ਵਿੱਚ ਆਪਣਾ ਹੀ ਇੱਕ ਉਹ ਹੈ ਕਿ ਕਿਤੇ ਅਸੀਂ ਉਸ ਸਮੇਂ ਦੇ ਵਿੱਚ ਜਾ ਕੇ ਜੋ ਹੈ ਸਟੇਡੀਅਮ ਦੇ ਵਿੱਚ ਕੰਮ ਮਤਲਬ ਕਿ ਡਾਂਸ ਕਰਦੇ ਸੀ ਵਗੈਰਾ, ਤੇ ਹੁਣ ਉਹੀ ਖਬਰਾਂ ਅਸੀਂ ਜੋ ਹੈ ਤੁਹਾਡੇ ਤੱਕ, ਤੁਹਾਡੇ ਸਾਰਿਆਂ ਤੱਕ ਪਹੁੰਚਾਉਂਦੇ ਹਾਂ। ਦੇਖੋ, ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਹੈਗੀਆਂ ਇਹ ਧੀਆਂ ਨੇਗੀਆਂ ਜਿਹੜੀਆਂ ਲਗਾਤਾਰ ਕੰਮ ਕਰਦੀਆਂ ਨੇ। ਗ੍ਰਾਫਿਕ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਚੱਲ ਰਿਹਾ ਹੈਗਾ, ਭਾਵੇਂ ਉਹ ਸਿਆਸਤਦਾਨਾਂ ਦਾ ਕਿਉਂ ਨਾ ਹੋਵੇ। ਅੱਜ ਦੇਸ਼ ਦੀ ਜਦੋਂ ਆਜ਼ਾਦੀ ਦਿਹਾੜਾ ਬਣਾਇਆ ਜਾ ਰਿਹਾ ਤਾਂ ਉਸ ਦੇ ਵਿੱਚ ਵੀ ਇਹ ਜਿਹੜਾ ਇੱਥੇ ਲਗਾਤਾਰ ਸਾਡੇ ਨਿਊਜ਼ ਰੂਮ ਤੋਂ ਕੰਮ ਚੱਲ ਰਿਹਾ ਹੈਗਾ। ਬਾਈ ਲਗਾਤਾਰ ਅਪਲੋਡਿੰਗ। ਬਾਈ ਕੀ ਕੁਛ ਹੈਗਾ, 76 ਸਾਲ ਆਜ਼ਾਦੀ ਨੂੰ ਹੋ ਗਏ ਆ, ਮਨ ਦੇ ਵਿੱਚ ਤੁਹਾਡੇ ਲਈ ਆਜ਼ਾਦੀ ਕੀ ਹੈਗੀ? ਸਰ ਦੇਖੋ, ਜਿਵੇਂ ਆਪਾਂ ਸਾਰੇ ਆਜ਼ਾਦ ਹਾਂ, ਹਰੇਕ ਬੰਦੇ ਨੂੰ ਆਪਣੇ ਰਾਈਟਸ ਨੇ ਹੈ ਨਾ, ਹਰੇਕ ਬੰਦਾ ਖੁੱਲ੍ਹ ਕੇ ਕੰਮ ਕਰ ਸਕਦਾ। ਆਪਾਂ ਆਜ਼ਾਦ ਮੁਲਕ 'ਚ ਰਹਿ ਰਹੇ ਹਾਂ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ। ਤੁਹਾਨੂੰ ਕੀ ਲੱਗਦਾ ਤੁਹਾਡੇ ਮਨ ਦੇ ਵਿੱਚ 76 ਸਾਲ ਦੇ ਵਿੱਚ ਤੁਸੀਂ ਕੀ ਮੰਨਦੇ ਹੋ, ਕਿੱਥੇ ਤੱਕ ਆਜ਼ਾਦ ਹੋ ਤੁਸੀਂ? ਸਰ ਸਾਰੇ ਆਪਾਂ ਦੇਖੋ ਜੀ ਆਪਣੇ ਹੱਕਾਂ ਲਈ ਲੜ ਰਹੇ ਹਾਂ ਕਿਤੇ ਨਾ ਕਿਤੇ ਜਗ੍ਹਾ, ਸਾਰੇ ਆਪਾਂ ਆਜ਼ਾਦ ਹੀ ਹਾਂ ਜੀ, ਅੱਛਾ ਕੰਮ ਕਰਦੇ ਹਾਂ, ਕਿਤੇ ਵੀ ਜਾਂਦੇ ਹਾਂ ਆਪਾਂ ਸੋਚਦੇ ਹਾਂ ਵੀ ਹੈ ਨਾ ਸਾਰਿਆਂ ਨੂੰ ਉਹਨਾਂ ਦਾ ਹੱਕ ਮਿਲੇ ਹੈ ਨਾ, ਵੀ ਚੰਗੀ ਚੀਜ਼ ਹੋਵੇ ਤੇ ਆਪਾਂ ਅੱਗੇ ਆਪਣੇ ਫਿਊਚਰ ਲਈ ਹੈ ਨਾ ਸਾਰਾ ਕੁਝ ਅੱਛਾ ਕਰੀਏ, ਵੀ ਕੱਲ੍ਹ ਨੂੰ ਆਪਣੇ ਪੇਰੈਂਟਸ ਵੀ ਹੈ ਨਾ ਖੁਸ਼ ਹੋਣ, ਸਾਰਾ ਕੁਝ ਆਪਾਂ ਸਹੀ ਕਰੀਏ ਪੂਰਾ, ਵੀ ਪੋਜ਼ਿਟਿਵ ਰਹੀਏ ਹਮੇਸ਼ਾ। ਤਾਂ ਹਰ ਇੱਕ ਦੇ ਮਨ ਦੇ ਵਿੱਚ ਆਜ਼ਾਦੀ ਇੱਕ ਵੱਖਰਾ ਮਕਸਦ ਹੈਗਾ। ਆਜ਼ਾਦੀ ਕਿਸ ਤਰੀਕੇ ਦੇ ਨਾਲ ਹੋਈ ਹੈ, ਕਿਉਂਕਿ ਆਜ਼ਾਦੀ ਜਿਹੜੀ ਹੈ ਸਾਨੂੰ ਦੇਸ਼ ਨੂੰ ਮਿਲੀ ਤੇ ਉਸ ਨਾਲ ਸਾਡੇ ਕਈ ਅਧਿਕਾਰ ਵੀ ਸਾਨੂੰ ਮਿਲੇ ਹੈਗੇ। ਉਹਨੂੰ ਖਾਸ ਤੌਰ ਤੇ ਜੇਕਰ ਕੁੜੀਆਂ ਦੀ ਗੱਲ ਕੀਤੀ ਜਾਵੇ, ਦੇਖੋ ਕੁੜੀਆਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਅੱਗੇ ਨੇ ਗਈਆਂ। ਔਰ ਇੱਕ ਦੌਰ ਸੀਗਾ, ਇੱਕ ਸਮਾਜ ਸੀਗਾ ਜਿਸ ਦੇ ਵਿੱਚ ਕੁੜੀਆਂ ਨੂੰ ਕਿਤੇ ਨਾ ਕਿਤੇ ਪਿੱਛੇ ਕੀਤਾ ਜਾਂਦਾ ਸੀ, ਲੇਕਿਨ ਅੱਜ ਕੁੜੀਆਂ ਹਰ ਇੱਕ ਖੇਤਰ ਦੇ ਵਿੱਚ, ਹਰ ਇੱਕ ਦੌਰ ਦੇ ਵਿੱਚ ਅੱਗੇ ਅਗਾਊਂ ਵੱਧ ਕੇ ਜਿਹੜੀ ਆ ਉਹ ਕੰਮ ਕਰਦੀ ਆ। ਦੇਖੋ ਤੁਸੀਂ ਲੱਗੀਆਂ ਹੋਈਆਂ ਨੇ ਸਾਡੀਆਂ, ਲਗਾਤਾਰ ਸਾਡੇ ਨਾਲ ਸਟਾਫ ਤੇ ਕੰਮ ਕਰਦੀਆਂ ਨੇ, ਪ੍ਰੋਡਿਊਸਰ ਵੀ ਨੇ ਸਾਡੇ ਨਾਲ। ਕਿ ਤੁਹਾਡੇ ਮਨ ਦੇ ਵਿੱਚ, ਕੁੜੀਆਂ ਦੇ ਮਨ ਦੇ ਵਿੱਚ ਸਭ ਤੋਂ ਵੱਡੀ 76 ਸਾਲਾਂ ਦੇ ਵਿੱਚ ਆਜ਼ਾਦੀ ਕੀ ਹੈਗੀ? ਸਰ ਮੈਂ ਤਾਂ ਇਹੀ ਕਹੂੰਗੀ ਕਿ ਅੰਗਰੇਜ਼ਾਂ ਤੋਂ ਤਾਂ ਸਾਨੂੰ ਆਜ਼ਾਦ ਕਰਵਾਤਾ ਹੈ ਨਾ ਸਾਡੇ ਦੇਸ਼ ਨੂੰ, ਪਰ ਜੇ ਮੈਂ ਮੁੰਡਿਆਂ ਦੀ ਗੱਲ ਕਰਾਂ, ਉਹਨਾਂ ਨੂੰ ਨਸ਼ੇ ਤੇ ਲਾਇਆ ਹੋਇਆ। ਮਤਲਬ ਮੈਂ ਨਹੀਂ ਕਹਿੰਦੀ ਕਿ ਸਰਕਾਰਾਂ ਨੇ ਲਗਾਇਆ, ਪਰ ਨਸ਼ਾ ਸਾਡੇ ਪੰਜਾਬ 'ਚ ਇੰਨਾ ਵਿਕ ਰਿਹਾ ਕਿ ਨਸ਼ੇ 'ਚ ਦਿਨ ਭਰ ਇਹੀ ਖਬਰਾਂ ਆਉਂਦੀਆਂ ਕਿ ਇੱਥੇ ਨੌਜਵਾਨ ਦੀ ਮੌਤ ਹੋ ਗਈ, ਦਿਨ 'ਚ ਕਈ ਖਬਰਾਂ ਆਉਂਦੀਆਂ 10 ਮੁੰਡਿਆਂ ਦੀ ਮੌਤ ਹੋ ਗਈ ਨਸ਼ੇ ਨਾਲ। ਅਤੇ ਜੇ ਕੁੜੀਆਂ ਦੀ ਗੱਲ ਕਰੀਏ, ਰੇਪ ਦੀਆਂ ਖਬਰਾਂ, ਕੁੜੀਆਂ ਦੇ ਮਰਡਰ ਦੀਆਂ। ਪਿੱਛੇ ਜੇ ਇੱਕ ਖਬਰ ਆਈ ਸੀ ਕਿ ਕੋਈ ਪਿਓ ਨੇ ਆਪਣੀ ਧੀ ਦਾ ਕਤਲ ਕਰਤਾ। ਮਤਲਬ ਉੱਥੋਂ ਹੀ ਪਤਾ ਲੱਗਦਾ ਕਿ ਕੀ ਆਜ਼ਾਦੀ ਆ ਕੁੜੀਆਂ ਲਈ, ਕੋਈ ਆਜ਼ਾਦੀ। ਇਹ ਤਾਂ ਆਜ਼ਾਦੀ ਨਹੀਂ ਨਾ ਹੋਈ। ਇਹ ਆਜ਼ਾਦੀ ਵੀ ਹੋਣੀ ਚਾਹੀਦੀ ਹੈ। ਲੋਕਾਂ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਹ ਬੜੀ ਮਾੜੀ ਹੈਗੀ ਆ। ਇਹਦੇ ਤੋਂ ਕਿਤੇ ਨਾ ਕਿਤੇ ਆਜ਼ਾਦ ਹੋਣ ਦੀ ਲੋੜ ਵੀ, ਕਿਉਂਕਿ ਮਾਨਸਿਕਤਾ ਬਦਲੇਗੀ ਤਾਂ ਕਹਿੰਦੇ ਭਾਰਤ ਬਦਲੇਗਾ। ਇਹ ਇੱਕ ਵੱਡਾ ਨਾਰਾ ਵੀ ਹੈਗਾ ਤੇ ਮਾਨਸਿਕਤਾ ਤੋਂ ਵੀ ਆਜ਼ਾਦ ਹੋਣਾ ਚਾਹੀਦਾ ਲੋਕਾਂ ਨੂੰ, ਜਿਹੜੀ ਭੈੜੀ ਮਾਨਸਿਕਤਾ ਹੈਗੀ। ਹਾਂਜੀ ਹਾਂਜੀ, ਉਹੀ ਨਾ, ਮਾਪਿਓ ਮਤਲਬ ਸਮਝਦੇ ਆ ਮਾਪਿਓ ਦਾ ਵੀ ਹੱਕ ਹੈ ਕਿਉਂਕਿ ਉਹਨਾਂ ਨੇ ਸਾਨੂੰ ਜਨਮ ਦਿੱਤਾ ਹੈ, ਠੀਕ ਹੈ। ਪਰ ਕਿਤੇ ਨਾ ਕਿਤੇ ਉਹਨਾਂ ਨੂੰ ਪਿਛਲੀ ਸੋਚ ਹੈ ਉਹਨਾਂ ਦੀ ਵੀ ਨਹੀਂ, ਇਹ ਆਜ਼ਾਦੀ ਕੁੜੀਆਂ ਨੂੰ ਨਹੀਂ ਸਿਰਫ ਮੁੰਡਿਆਂ ਨੂੰ ਹੀ ਦੇਣੀ ਆ। ਇਸੇ ਦੇ ਕਰਕੇ ਸ਼ਾਇਦ ਉਹ ਜੋ ਕਾਂਡ ਹੋਇਆ, ਕੁੜੀ ਦਾ ਕਤਲ ਕਰ ਦਿੱਤਾ ਗਿਆ ਇਸ ਕਰਕੇ। ਪਰ ਮੈਂ ਚਾਹੁੰਦੀ ਹਾਂ ਵੀ ਕੁੜੀਆਂ ਨੂੰ ਵੀ ਜਿੰਨੇ ਮੁੰਡਿਆਂ ਨੂੰ ਆਜ਼ਾਦੀ ਦਿੱਤੀ ਜਾਂਦੀ, ਕੁੜੀਆਂ ਨੂੰ ਵੀ ਓਨੀ ਆਜ਼ਾਦੀ ਦਿੱਤੀ। ਆਜ਼ਾਦੀ ਹਰ ਕਿਸੇ ਨੂੰ ਮਿਲਦੀ ਹੈ। ਤੁਹਾਡੇ ਮਨ ਦੇ ਵਿੱਚ ਕੀ ਹੈਗਾ? ਕੰਮ ਕਰਦੇ ਰਹੋ ਨਾਲ, ਕਿਉਂਕਿ ਲੋਕਾਂ ਤੱਕ ਖਬਰਾਂ ਪਹੁੰਚਾਉਣਾ ਵੀ ਬਹੁਤ ਜ਼ਰੂਰੀ ਹੈਗੀ। ਕਿ ਤੁਹਾਡੇ ਮਨ ਦੇ ਵਿੱਚ ਆਜ਼ਾਦੀ ਕੀ ਹੈਗੀ ਹੈ 76 ਸਾਲਾਂ ਦੇ ਵਿੱਚ? ਕੁੜੀਆਂ ਕਿੱਥੇ ਤੱਕ ਆਪਣੇ ਆਪ ਨੂੰ ਆਜ਼ਾਦ ਮੰਨਦੀਆਂ ਨੇ, ਔਰ ਅੱਜ ਦੇ ਦੌਰ ਦੇ ਵਿੱਚ ਖਾਸ ਤੌਰ ਤੇ? ਸਰ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ 15 ਅਗਸਤ ਦੀ ਬਹੁਤ ਬਹੁਤ ਮੁਬਾਰਕਾਂ। ਅਤੇ ਜਿਵੇਂ ਤੁਸੀਂ ਆਜ਼ਾਦੀ ਦੀ ਗੱਲ ਕੀਤੀ, ਤਾਂ ਮੈਂ ਆਪਦੇ ਹਿਸਾਬ ਨਾਲ ਦੱਸਾਂਗੀ ਕੁੜੀਆਂ ਨੂੰ ਆਜ਼ਾਦੀ ਮਿਲੀ, ਪਰ ਮੈਂ ਕਹਾਂਗੀ ਨਾਲ ਹੀ ਕੁੜੀਆਂ ਨੂੰ ਆਜ਼ਾਦੀ ਨਹੀਂ ਵੀ ਮਿਲੀ। ਤਾਂ ਦੇਖੋ ਸਰ, ਨੌਜਵਾਨ ਪੀੜ੍ਹੀ ਆ, ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਨੌਜਵਾਨ ਪੀੜ੍ਹੀ ਨੂੰ ਮੇਰਾ ਸਵਾਲ ਆ, ਤਾਂ ਤੁਸੀਂ ਪਲੀਜ਼ ਦੱਸਿਓ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀ ਤੁਸੀਂ ਯਾਦ ਰੱਖ ਰਹੇ ਹੋ ਆਪਦੇ ਮਨ ਵਿੱਚ? ਉਹਨਾਂ ਨੇ ਖੂਨ ਡੋਲਿਆ, ਪਰ ਮੈਨੂੰ ਨਹੀਂ ਲੱਗਦਾ ਵੀ ਅੱਜ ਦੀ ਨੌਜਵਾਨ ਪੀੜ੍ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਉਹਨਾਂ ਦੇ ਕਿਤੇ ਨਾ ਕਿਤੇ ਸਮਝਣਾ ਚਾਹੀਦਾ ਕਿ ਹਰ ਇੱਕ ਦੌਰ, ਕਿਉਂਕਿ ਸਾਡੀ ਇਹ ਕਹਿੰਦੇ ਗਰਮ ਖੂਨ ਬਹੁਤ ਹੁੰਦਾ। ਜਦੋਂ ਗਰਮ ਖੂਨ ਹੁੰਦਾ ਤਾਂ ਉਹ ਬਾਲੇ ਮਾਰਦਾ ਮਾਰਦਾ ਬਾਹਰ ਵੀ ਆ ਜਾਂਦਾ। ਉਹ ਬਾਲੇ ਕਿਤੇ ਨਾ ਕਿਤੇ ਮਾੜੇ ਵੀ ਹੋ ਜਾਂਦੇ ਨੇਗੇ, ਲੇਕਿਨ ਅੱਜ ਉਹ ਸਮਝਣ ਦੀ ਲੋੜ ਹੈਗੀ ਆ। ਤੁਸੀਂ ਮੰਨਦੇ ਹੋ ਕਿ 76 ਸਾਲਾਂ ਦੇ ਵਿੱਚ ਤੁਸੀਂ ਆਜ਼ਾਦ ਹੈਗੇ ਹੋ? ਲਗਾਤਾਰ ਜਿਸ ਤਰੀਕੇ ਦੇ ਨਾਲ ਅਸੀਂ ਹਰ ਵਾਰ ਇਸੇ ਤਰੀਕੇ ਦੇ ਨਾਲ, ਭਾਵੇਂ 26 ਜਨਵਰੀ ਬਣਾਉਣਾ ਹੋਵੇ, 15 ਅਗਸਤ ਬਣਾਉਣਾ ਹੋਵੇ, ਬਣਾਉਂਦੇ ਹੈਗੇ ਆ, ਝੰਡੇ ਵੀ ਲਹਿਰਾਉਂਦੇ ਹੈਗੇ ਆ, ਲੇਕਿਨ 76 ਸਾਲਾਂ ਦੇ ਵਿੱਚ ਕੁੜੀਆਂ ਨੂੰ ਕੀ ਲੱਗਿਆ ਕਿ ਕਿੱਥੇ ਤੱਕ ਸਾਡੀ ਆਜ਼ਾਦੀ ਹੋਈ ਹੈ? ਸਰ ਮੈਂ ਕੁੜੀਆਂ ਦੇ ਸਪੈਸ਼ਲ ਬੋਲਣਾ ਚਾਹਾਂਗੀ ਕਿ ਕੁੜੀਆਂ ਨੂੰ ਆਜ਼ਾਦੀ ਮਿਲੀ ਬਹੁਤੀਆਂ ਥਾਵਾਂ 'ਤੇ, ਪਰ ਬਹੁਤੀਆਂ ਥਾਵਾਂ 'ਤੇ ਕੁੜੀਆਂ ਨੂੰ ਆਜ਼ਾਦੀ ਨਹੀਂ ਮਿਲੀ। ਉਹਨਾਂ ਨੂੰ ਘਰਾਂ ਵਿੱਚ ਬੰਦ ਹੀ ਰੱਖਿਆ ਜਾ ਰਿਹਾ, ਪੜ੍ਹਨ ਨਹੀਂ ਭੇਜਿਆ ਜਾ ਰਿਹਾ, ਪੁਰਾਣੀਆਂ ਪਰੰਪਰਾਵਾਂ ਹੀ ਚੱਲਦੀਆਂ ਆ ਰਹੀਆਂ ਨੇ। ਤਾਂ ਮੈਂ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਕਰਦੀ ਹਾਂ, ਪਲੀਜ਼ ਤੁਸੀਂ ਇਹ ਜਿਹੜੀਆਂ ਪਰੰਪਰਾਵਾਂ ਨੇ ਬੰਦ ਕਰੋ, ਕੁੜੀਆਂ ਨੂੰ ਅੱਗੇ ਵਧਣ ਦਿਓ। ਕੁੜੀਆਂ ਚੰਦ ਤੱਕ ਪਹੁੰਚ ਚੁੱਕੀਆਂ ਨੇ, ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਨੇ, ਫਿਰ ਤੁਸੀਂ ਕਿਉਂ ਨਹੀਂ ਕੁੜੀਆਂ ਨੂੰ ਪਹਿਲ ਦੇ ਰਹੇ? ਪਰ ਮੈਂ ਕੁੜੀਆਂ ਨੂੰ ਉੱਥੇ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ,
ਕੁੜੀਆਂ ਨੂੰ ਮੈਂ ਉੱਥੇ ਦੁਬਾਰਾ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਕੁੜੀਆਂ ਵੀ ਆਪਣੇ ਮਾਤਾ ਪਿਤਾ ਦੀ ਇੱਜ਼ਤ ਦਾ ਖਿਆਲ ਰੱਖਣ, ਨਜਾਇਜ਼ ਫਾਇਦਾ ਬਿਲਕੁਲ ਨਾ ਸਮਾਨ ਰੱਖਣਾ ਬਹੁਤ ਜ਼ਰੂਰੀ ਹੈ ਦੋਨੋਂ ਪੱਖੋਂ। ਜਿਹਦੇ ਕਹਿੰਦੇ ਨਾ ਆਪਾਂ ਕੁੜੀਆਂ ਕਿਸੇ ਵੀ ਖੇਤਰ ਦੇ ਵਿੱਚ ਜਿਹੜੀਆਂ ਨੇ ਉਹ ਪਿੱਛੇ ਨਹੀਂ ਹੈਗੀਆਂ। ਦੇਖੋ ਸੁਪ੍ਰਿਆ ਹੈਗੀ ਐਡੀਟਿੰਗ ਸਾਡੇ ਪੂਰੀ ਦੇਖਦੀ ਹੈ ਸੋਸ਼ਲ ਮੀਡੀਆ ਦੀ ਜੋ ਵੀ ਹੋਵੇ। ਸੁਪ੍ਰਿया ਤੁਹਾਡੇ ਮਨ ਦੇ ਵਿੱਚ 76 ਸਾਲ ਦੇ ਵਿੱਚ ਤੁਸੀਂ ਕਿੰਨਾ ਕੁ ਆਜ਼ਾਦ ਸਮਝਦੇ ਹੋ? वैसे तो हम बहुत आज़ाद हैं, लेकिन मानसिकता तौर से भी हमें आज़ाद होना पड़ेगा, क्योंकि जैसे हम बाहर निकलते हैं हमें बहुत कुछ सोच समझ के निकलना पड़ता है कि ये कैसे सोचेगा, ये कैसे देख रहे हैं। इन सब चीज़ों से भी हमें आज़ाद होना बहुत ज़रूरी है। और एक सबसे बड़ी बात कि नशे से आज़ाद होना। आजकल बहुत ज़्यादा नशा फैल रहा है, छोटे छोटे बच्चे भी नशे कर रहे हैं, तो इसलिए हमें नशे से भी आज़ाद होना बहुत ज़रूरी है। ਅੱਛਾ, ਤੁਸੀਂ ਜਿਸ ਤਰੀਕੇ ਦੇ ਨਾਲ ਕਿਹਾ ਕਿ ਸਾਨੂੰ ਹਰ ਇੱਕ ਚੀਜ਼ ਦੇ ਵਿੱਚ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈਗਾ। ਨਸ਼ਾ ਹੋ ਗਿਆ, ਸਾਰਾ ਕੁਝ ਹੋ ਗਿਆ। ਕਹਿੰਦੇ ਐਡੀਟਰ ਦਾ ਨਾ ਕਿਸੇ ਵੀ ਸਟੋਰੀ ਦੇ ਵਿੱਚ ਬਹੁਤ ਕਲੋਜ਼ਅਪ ਰਿਸ਼ਤਾ ਹੁੰਦਾ, ਕਿਉਂਕਿ ਐਡੀਟਰ ਦਾ ਕੰਮ ਹੁੰਦਾ ਸਟੋਰੀ ਨੂੰ ਸਾਹਮਣੇ ਲੈ ਕੇ ਆਉਣਾ। ਤੁਸੀਂ ਬੜੀ ਸਾਰੀ ਚੀਜ਼ਾਂ ਕਰ ਰਹੇ ਹੋਣੇ ਅੱਜ ਇੰਨੇ ਸਮੇਂ ਦੇ ਵਿੱਚ। ਅੱਜ ਦੇ ਦਿਨ ਖਾਸ ਤੌਰ ਤੇ ਜੇਕਰ ਮੈਂ ਗੱਲ ਕਰਾਂ, ਕਿਹੜੀਆਂ ਖਬਰਾਂ ਤੁਹਾਡੇ ਕੋਲ ਆ ਰਹੀਆਂ ਨੇਗੀਆਂ ਕਿ ਅੱਜ ਵੀ ਉਸ ਦੌਰ ਦੀਆਂ ਖਬਰਾਂ ਤੁਹਾਡੇ ਕੋਲ ਆਉਂਦੀਆਂ ਨੇਗੀਆਂ ਕਿ ਜਿਸ ਤਰੀਕੇ ਦੇ ਨਾਲ ਆਪਣੇ ਪਹਿਲੇ ਨਾਲ ਆਪਣੇ ਸਾਥੀ ਜ਼ਿਕਰ ਕਰ ਰਹੇ ਸੀ ਕਿ ਕੁੜੀਆਂ ਦੀ ਰੇਪ ਦੀਆਂ ਖਬਰਾਂ ਹੋ ਗਈਆਂ, ਕੁੜੀਆਂ ਦੇ ਨਾਲ ਹਰਾਸਮੈਂਟ ਦੀਆਂ ਖਬਰਾਂ ਹੋ ਗਈਆਂ, तमाम ਚੀਜ਼ਾਂ ਆਉਂਦੀਆਂ ਨੇਗੀਆਂ। ਅੱਜ ਦੇ ਵਿੱਚ ਕੀ ਦੇਖਣ ਨੂੰ ਮਿਲਿਆ? ਅੱਜ ਲੋਕਾਂ ਦੇ ਵਿੱਚ ਕੀ ਬਦਲਾਅ ਹੈ? वैसे तो इंडिया में डेली ही ये सब चीज़ें होती हैं, और आज के दिन भी हो रही होंगी कहीं ना कहीं, तो ये सब चीज़ें हो रही होंगी। अभी तक फ़िलहाल हमारे पास खबर नहीं आई है, बट आई थिंक शाम तक तो आ ही जाएगी ऐसा कुछ। लेकिन ऐसा नहीं होना चाहिए, मानसिकता तौर से हमें चेंज होना चाहिए। और नशे के लिए तो बहुत ज़्यादा चेंज होना चाहिए। नशा करके लोग यही सब काम करते हैं। और जैसे मैम ने बताया कि अभी जो फादर वाला सीन हुआ था, इससे भी मतलब चेंज होना पड़ेगा। ये मानसिकता की वजह से ही ये सब चीज़ें हुई हैं, ये जो कि अच्छा नहीं हुआ है। ਚਲੋ ਵੱਡੀ ਗੱਲ ਹੈ ਕਿ ਮਾਨਸਿਕਤਾ ਤੋਂ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈਗਾ ਹਰ ਇੱਕ, ਕਿਉਂਕਿ ਆਜ਼ਾਦੀ ਨੂੰ ਸਮਝਣਾ, ਆਜ਼ਾਦੀ ਦੇ ਉਸ ਮਹੱਤਵ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਔਰ ਉਸ ਨੂੰ ਸਮਝਾਉਣ ਦੇ ਲਈ ਅੱਜ ਲਿਵਿੰਗ ਇੰਡੀਆ ਨਿਊਜ਼ ਦੇ ਇਸ ਨਿਊਜ਼ ਰੂਮ ਦੇ ਵਿੱਚ ਪਹੁੰਚੇ ਹਾਂ ਕਿ ਇੱਥੇ ਜੋ ਤੁਹਾਡੇ ਤੱਕ ਖਬਰਾਂ ਪਹੁੰਚਾਉਂਦੇ ਨੇਗੇ, ਜੋ ਹਰ ਇੱਕ ਚੀਜ਼ਾਂ ਤੁਹਾਡੇ ਤੱਕ ਹਰ ਇੱਕ ਰੂਪ ਦੇ ਵਿੱਚ, ਹਰ ਇੱਕ ਧਰਨਾ, ਹਰ ਇੱਕ ਪ੍ਰਦਰਸ਼ਨ, ਹਰ ਇੱਕ ਸਿਆਸੀ ਉਹ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਂਦੇ ਨੇਗੇ, ਤੇ ਉਹਨਾਂ ਦੇ ਮਨ ਦੇ ਵਿੱਚ 76 ਸਾਲ ਦੇ ਵਿੱਚ ਕੀ ਆਜ਼ਾਦੀ ਹੈਗੀ ਆ, ਇਹ ਸਮਝਣ ਦਾ ਮਕਸਦ ਸੀਗਾ। ਔਰ ਗੱਲਬਾਤ ਵੀ ਕਰਾਂਗੇ ਸਾਡੇ ਲਿਵਿੰਗ ਇੰਡੀਆ ਨਿਊਜ਼ ਦੇ ਮੈਨੇਜਿੰਗ ਐਡੀਟਰ ਗੌਰਵ ਵਾਲੀਆ ਸਾਡੇ ਨਾਲ ਮੌਜੂਦ ਨੇ। ਵਾਲੀਆ ਸਰ, 76 ਸਾਲ ਹੋ ਗਏ ਨੇ ਸਾਡੇ ਦੇਸ਼ ਨੂੰ ਆਜ਼ਾਦ ਹੋਏ, ਤੇ ਤੁਸੀਂ ਸਰ ਕਿਵੇਂ ਵੇਖਦੇ ਹੋ? ਕਿਉਂਕਿ ਅੱਜ ਲਗਾਤਾਰ ਅਸੀਂ ਸਵੇਰ ਤੋਂ ਕਵਰੇਜ ਕਰ ਰਹੇ ਹੈਗੇ ਹਾਂ। ਤੁਹਾਡੇ ਮਨ ਦੇ ਵਿੱਚ ਕੀ ਹੈਗਾ 76 ਸਾਲ ਦੇ ਵਿੱਚ, ਕੀ ਕੁਝ ਆਜ਼ਾਦ ਹੋਇਆ ਔਰ ਕੀ ਕੁਝ ਤੁਸੀਂ ਆਜ਼ਾਦੀ ਦੇ ਦਿਨ ਤੇ ਸਮਝ ਰਹੇ ਹੋ? ਆਜ਼ਾਦੀ ਨੂੰ ਸਭ ਤੋਂ ਪਹਿਲੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। 76 ਵਰ੍ਹੇ ਹੋ ਗਏ ਨੇ ਆਜ਼ਾਦ ਹੋਏ ਨੂੰ, ਤੇ ਆਜ਼ਾਦੀ ਬੜੀ ਸ਼ਹਾਦਤਾਂ ਦੇ ਨਾਲ ਆਪਾਂ ਨੂੰ ਮਿਲੀ ਸੀਗੀ, ਸੈਕਰੀਫਾਈਸਿਸ ਸਾਨੂੰ ਦੇਣੇ ਪਏ, ਤੇ 76 ਵਰ੍ਹੇ ਹੋ ਚੁੱਕੇ ਨੇ। ਪਰ 76 ਵਰ੍ਹਿਆਂ ਦੇ ਵਿੱਚ ਅਜੇ ਵੀ ਕੁਝ ਚੀਜ਼ਾਂ ਬਾਕੀ ਨੇ, ਪਰ ਜ਼ਿਆਦਾਤਰ ਆਪਾਂ ਅਚੀਵ ਕੀਤੀਆਂ ਨੇ, ਤੇ ਦੁਨੀਆ ਦੇ ਵਿੱਚ ਅੱਜ ਭਾਰਤ ਦਾ ਡੰਕਾ ਵੱਜਦਾ ਹੈ। ਤੇ ਆਜ਼ਾਦੀ ਇੱਕ ਤਾਂ ਉਹ ਸੀ ਜਿਹੜੀ ਕਿ ਅੰਗਰੇਜ਼ਾਂ ਤੋਂ ਗੁਲਾਮੀ ਦਾ ਪ੍ਰਤੀਕ ਸੀਗੀ। ਆਜ਼ਾਦੀ ਉਸ ਤੋਂ ਬਾਅਦ ਫਿਰ ਜੋ ਅਸੀਂ ਸਮਝਦੇ ਹਾਂ ਤੁਹਾਡੀ ਸੋਚ ਦੀ ਹੁੰਦੀ ਹੈ, ਤੇ ਆਜ਼ਾਦ ਸੋਚ ਦੇ ਤੁਸੀਂ ਮਾਲਿਕ ਹੁੰਦੇ ਹੋ, ਤੇ ਖਾਸ ਤੌਰ ਤੇ ਪੰਜਾਬੀ ਉਹੀ ਜਾਣੇ ਜਾਂਦੇ ਆ। ਤੇ ਲਿਵਿੰਗ ਇੰਡੀਆ ਨਿਊਜ਼ ਆਪਣੇ ਵੱਲੋਂ ਕੋਸ਼ਿਸ਼ ਕਰਦਾ ਕਿ ਜੋ ਆਜ਼ਾਦ ਸੋਚ ਦੇ ਮਾਲਕ ਨੇ ਪੰਜਾਬੀ ਖਾਸ ਤੌਰ ਤੇ ਉਹ ਜਦੋਂ ਉਹ ਸਾਡੇ ਚੈਨਲ ਨੂੰ ਦੇਖਣ, ਸਾਡੀ ਖਬਰਾਂ ਨੂੰ ਦੇਖਣ, ਤੇ ਅਸੀਂ ਉਹਨਾਂ ਨੂੰ ਪੂਰੀ ਖਬਰ ਦਿਖਾਈਏ, ਨਿਡਰ ਹੋ ਕੇ ਸੱਚਾਈ ਦਿਖਾਈਏ, ਬੈਲੈਂਸ ਖਬਰ ਦਿਖਾਈਏ। ਤੇ ਸਾਡੀ ਕੋਸ਼ਿਸ਼ ਵੀ ਇਹੀ ਰਹਿੰਦੀ ਹੈ, ਤੇ ਤੁਸੀਂ ਵੀ ਹਮੇਸ਼ਾ ਜਦੋਂ ਜਾਂਦੇ ਹੋ, ਚਾਹੇ ਤੁਸੀਂ ਬਾਰਡਰ ਤੇ ਗਏ ਹੋ ਅਕਸਰ, ਤੇ ਕੋਸ਼ਿਸ਼ ਇਹੀ ਕੀਤੀ ਹੈ ਕਿ ਹਰ ਚੀਜ਼ ਨੂੰ ਆਪਣੇ ਪੰਜਾਬ ਦੇ ਲੋਕਾਂ ਦੇ ਮੋਹਰੇ ਜਿਹੜਾ ਬੇਬਾਕੀ ਦੇ ਨਾਲ ਅਸੀਂ ਰੱਖੀਏ, ਤੇ ਕੋਸ਼ਿਸ਼ ਵੀ ਅਸੀਂ ਉਹੀ ਕਰਦੇ ਹਾਂ। ਤੇ ਹੁਣ ਵੀ ਇਹੀ ਕੋਸ਼ਿਸ਼ ਹੈ ਕਿ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਦੇ ਨਾਲ ਹਰ ਪੱਖ ਤੋਂ ਆਪਣੇ ਪੰਜਾਬੀਆਂ ਦੇ ਮੋਹਰੇ ਇੱਕ ਸੱਚੀ ਖਬਰ ਦਿਖਾਈਏ, ਤੇ ਡਿਸੀਜਨ ਉਹਨਾਂ ਤੇ ਛੱਡ ਦਈਏ। ਇੱਕ ਲੋਕਾਂ ਦੇ ਬਹੁਤ ਸਵਾਲ ਹੁੰਦੇ ਸਰ, ਅੱਜ ਕੱਲ੍ਹ ਕਹਿੰਦੇ ਲੋਕਤੰਤਰ ਦਾ ਚੌਥਾ ਥੰਮ ਮੀਡੀਆ, ਕਹਿੰਦੇ ਕਿ ਕਾਫੀ ਆਜ਼ਾਦ ਨਹੀਂ ਹੈਗਾ। ਤੁਸੀਂ ਕਿਵੇਂ ਵੇਖਦੇ ਹੋ ਜੀ? ਨਹੀਂ, ਇਹਦੇ 'ਚ ਕੋਈ ਸੱਚਾਈ ਅਜਿਹੀ ਤਾਂ ਨਹੀਂ ਦਿਖਾਈ ਦਿੰਦੀ, ਪਰ ਕਿਉਂਕਿ ਅਸੀਂ ਤਾਂ ਲਿਵਿੰਗ ਇੰਡੀਆ ਨਿਊਜ਼ ਦੀ ਗੱਲ ਕਰ ਸਕਦੇ ਹਾਂ, ਕਿਉਂਕਿ ਸਿੰਸ ਵੀ ਰਨ ਲਿਵਿੰਗ ਇੰਡੀਆ ਨਿਊਜ਼, ਤੇ ਲਿਵਿੰਗ ਇੰਡੀਆ ਨਿਊਜ਼ ਤੇ ਜੋ ਦਰਸ਼ਕ ਜਦੋਂ ਵੀ ਖਬਰ ਦੇਖਦੇ ਆ ਤੇ ਪੂਰੀ ਖਬਰ ਮਿਲਦੀ ਹੈ। ਤੇ ਅਜਿਹਾ ਨਹੀਂ ਕਿ ਅਸੀਂ ਗਲਤ ਖਬਰ ਚਲਾ ਕੇ ਤੇ ਉਸ ਨੂੰ ਵਾਪਸ ਲੈਂਦੇ ਹਾਂ ਤੇ ਬਾਅਦ ਦੇ ਵਿੱਚ ਅਪੋਲੋਜਾਈਜ਼ ਕਰਦੇ ਹਾਂ। ਕੋਸ਼ਿਸ਼ ਇਹੀ ਹੁੰਦੀ ਕਿ ਖਬਰ ਨੂੰ ਉਸੇ ਟਾਈਮ ਦਿਖਾਈਏ ਜਦੋਂ ਉਹ ਪੂਰੀ ਤਰ੍ਹਾਂ ਮੈਚਿਓਰ ਹੁੰਦੀ ਹੈ, ਤੇ ਜਦੋਂ ਤੁਸੀਂ ਵੀ ਖਬਰ ਭੇਜਦੇ ਹੋ, ਦੱਸਦੇ ਹੋ, ਤਾਂ ਸੂਤਰਾਂ ਦੇ ਹਵਾਲੇ ਤੋਂ ਵੀ ਭਰੋਸੇਮੰਦ ਸੂਤਰਾਂ ਦੇ ਹਵਾਲੇ ਤੋਂ ਖਬਰ ਚਲਾਉਂਦੇ ਹਾਂ, ਤਾਂ ਕਿ ਲੋਕਾਂ ਤੱਕ ਅਸੀਂ ਖਬਰ ਉਹੀ ਦਿਖਾਈਏ ਜਿਸ 'ਤੇ ਉਹ ਭਰੋਸਾ ਕਰ ਸਕਣ, ਕਿਉਂਕਿ ਦਰਸ਼ਕਾਂ ਦਾ ਭਰੋਸਾ ਹੀ ਸਾਡਾ ਵਿਸ਼ਵਾਸ ਹੈ, ਸਾਡੀ ਤਾਕਤ ਹੈ। ਤੇ ਉਸ ਤਾਕਤ ਨੂੰ ਅਸੀਂ ਚਾਹਾਂਗੇ ਕਿ ਹਮੇਸ਼ਾ ਉਹ ਵਿਸ਼ਵਾਸ ਨੂੰ ਬਰਕਰਾਰ ਰੱਖਣ। ਕੋਸ਼ਿਸ਼ ਬਹੁਤ ਬਹੁਤ ਧੰਨਵਾਦ ਸਰ। ਤਾਂ ਬਿਲਕੁਲ ਸਾਡੀ ਤਾਕਤ ਸਾਡਾ ਵਿਸ਼ਵਾਸ ਹੈ, ਔਰ ਲੋਕਾਂ ਦਾ ਵਿਸ਼ਵਾਸ ਹੈ, ਜੋ ਲੋਕਾਂ ਦਾ ਸਾਥ ਹੁੰਦਾ ਹੈ। ਅਮਨ ਸਰ ਵੀ ਮੇਰੇ ਨਾਲ ਮੌਜੂਦ ਹੈ। ਅਮਨ ਸਰ, ਤੁਸੀਂ ਕਿਵੇਂ ਵੇਖਦੇ ਹੋ ਜੀ ਅੱਜ ਵਰ੍ਹੇਗੰਢ ਆਪਾਂ ਲਗਾਤਾਰ ਸਵੇਰ ਤੋਂ ਕਵਰੇਜ ਚੱਲ ਰਹੀ ਹੈਗੀ, ਤੁਹਾਡੇ ਮਨ ਦੇ ਵਿੱਚ ਕੀ ਹੈ? 76 ਸਾਲ ਦੇ ਵਿੱਚ ਕੀ ਆਜ਼ਾਦੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਆਜ਼ਾਦੀ ਦਿਹਾੜੀ ਦੀਆਂ ਸਭ ਨੂੰ ਮੁਬਾਰਕਾਂ, ਤੇ ਖੁਸ਼ੀ ਦਾ ਦਿਨ ਹੈ ਇਸ ਕਰਕੇ ਕਿਉਂਕਿ ਅੱਜ ਦੇ ਦਿਨ ਅਸੀਂ ਆਜ਼ਾਦ ਹੋਏ। ਲੰਮਾ ਸਮਾਂ ਗੁਲਾਮ ਵੀ ਰਹੇ, ਪਹਿਲਾਂ
ਮੁਗਲਾਂ ਦੇ ਗੁਲਾਮ ਰਹੇ, ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਹੋਇਆ। ਪਰ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ, ਜਦੋਂ ਕੰਪਨੀ ਆਈ ਈਸਟ ਇੰਡੀਆ, ਤਾਂ ਉਸ ਤੋਂ ਬਾਅਦ ਸਾਨੂੰ ਇੱਕ ਭਾਰਤ ਮਿਲਿਆ। ਜਦੋਂ ਅੰਗਰੇਜ਼ ਗਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਅਸੀਂ ਇਕਜੁੱਟ ਹਾਂ, ਸਾਡਾ ਇੰਡੀਆ ਇਕਜੁੱਟ ਹੈ। ਕਹਿਣ ਦਾ ਮਤਲਬ ਕਿ ਅੱਜ ਉਹਨਾਂ ਸਾਰੇ ਕੁਰਬਾਨੀਆਂ ਨੂੰ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਬਣਦਾ ਹੈ। ਸਭ ਤੋਂ ਪਹਿਲਾਂ ਮੰਗਲ ਪਾਂਡੇ ਤੋਂ ਸ਼ੁਰੂਆਤ ਹੁੰਦੀ ਹੈ 1857 'ਚ, ਜਦੋਂ ਆਜ਼ਾਦੀ ਦੇ ਲਈ ਪਹਿਲਾ ਸੰਘਰਸ਼ ਸ਼ੁਰੂ ਹੋਇਆ ਸੀ। ਬੇਸ਼ੱਕ ਉਹ ਉਸ ਵੇਲੇ ਅਸਫਲ ਰਿਹਾ, ਮੰਗਲ ਪਾਂਡੇ ਨੂੰ ਫਾਂਸੀ ਵੀ ਹੋਈ, ਲੇਕਿਨ ਉਹਨਾਂ ਨੂੰ ਅੱਜ ਯਾਦ ਕਰਨਾ ਬਣਦਾ ਹੈ, ਕਿਉਂਕਿ ਸਭ ਤੋਂ ਪਹਿਲੇ ਸ਼ਹੀਦ ਉਹ ਸਨ ਜਿਨ੍ਹਾਂ ਨੂੰ ਬਕਾਇਦਾ ਅੰਗਰੇਜ਼ਾਂ ਨੇ ਉਸ ਵੇਲੇ ਫਾਂਸੀ ਦਿੱਤੀ ਸੀਗੀ। ਤੇ ਉਸ ਤੋਂ ਬਾਅਦ ਬਾਕੀ ਜੋ ਉਹਨਾਂ ਦੀ ਕੁਰਬਾਨੀ ਤੋਂ ਬਾਅਦ ਐਸੀ ਭਾਰਤੀਆਂ ਦੇ ਖੂਨ ਦੇ ਵਿੱਚ ਇੱਕ ਆਜ਼ਾਦੀ ਦੀ ਲੜਾਈ ਦੀ ਜੋਸ਼ ਪੈਦਾ ਹੋਇਆ ਕਿ ਅਸੀਂ ਆਜ਼ਾਦ ਹੋਣਾ, ਅਸੀਂ ਹੁਣ ਗੁਲਾਮ ਨਹੀਂ ਰਹਿਣਾ ਗਾ। ਉਹ ਲੰਮਾ ਸਮਾਂ ਸੰਘਰਸ਼ ਚੱਲਦਾ ਗਿਆ। ਉਸ ਤੋਂ ਬਾਅਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਜਦੋਂ ਕੁਰਬਾਨੀ ਹੋਈ, ਸ਼ਹਾਦਤ ਹੋਈ ਉਹਨਾਂ ਦੀ, ਉਸ ਤੋਂ ਬਾਅਦ ਨੌਜਵਾਨਾਂ ਦੇ ਵਿੱਚ ਜੋ ਹੋਰ ਜੋਸ਼ ਪੈਦਾ ਹੋਇਆ, ਮਹਾਤਮਾ ਗਾਂਧੀ ਦਾ ਵੱਡਾ ਯੋਗਦਾਨ ਰਿਹਾ ਹੈਗਾ। ਤਾਂ ਅੱਜ ਉਹਨਾਂ ਤਮਾਮ ਆਜ਼ਾਦੀ ਘੁਲਾਟੀਆਂ ਨੂੰ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਬਣਦਾ। ਸਰਦਾਰ ਕਰਤਾਰ ਸਿੰਘ ਸਰਾਭਾ ਹੋਰਾਂ ਦਾ, ਸ਼ਹੀਦ ਊਧਮ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਬਦਲਾ ਜਾ ਕੇ ਲਿਆ ਜਲਿਆਂਵਾਲੇ ਬਾਗ ਦਾ। ਤੇ ਇਸ ਕਰਕੇ ਆਜ਼ਾਦੀ ਸੌਖੀ ਨਹੀਂ ਮਿਲੀ ਹੈਗੀ। ਅਸੀਂ ਲੰਮਾ ਸਮਾਂ ਗੁਲਾਮ ਰਹੇ, ਬਹੁਤ ਲੰਮਾ ਸਮਾਂ ਗੁਲਾਮ ਰਹੇ ਹਾਂ। ਸਾਨੂੰ ਗੁਲਾਮੀ ਦੇ ਵਿੱਚੋਂ ਇੰਡੀਆ ਮਿਲਿਆ। ਸਾਨੂੰ ਤਾਂ ਪਤਾ ਹੀ ਨਹੀਂ ਸੀ ਇੰਡੀਆ ਸੀਗਾ ਇਹ, ਕਿਸੇ ਨੂੰ ਵੀ ਪਤਾ ਸੀ, ਕਿਉਂਕਿ ਇੱਥੇ ਜਦੋਂ ਮੁਗਲਾਂ ਦਾ ਰਾਜ ਆਇਆ, ਉਦੋਂ ਮੁਗਲਾਂ ਦੀ ਫੌਜ ਦੇ ਵਿੱਚ ਹਿੰਦੂ ਜਿਹੜੇ ਸੈਨਾਪਤੀ ਸੀ ਉਹ ਆਪਣੇ ਨਾਲ ਹੀ ਲੜੀ ਜਾਂਦੇ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ। ਸਭ ਨੂੰ ਇਹ ਸੀਗਾ ਇਹ ਮੇਰਾ ਰਾਜ ਭਾਗ ਹੈ। ਜਦੋਂ ਬਾਅਦ ਵਿੱਚ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਹੋਈ, ਜਦੋਂ ਜ਼ੁਲਮ ਸ਼ੁਰੂ ਹੋਏ, ਉਦੋਂ ਸਾਨੂੰ ਪਤਾ ਲੱਗਿਆ ਕਿ ਭਾਈ ਇਹ ਤਾਂ ਅਸੀਂ ਇੱਕ ਹਾਂ, ਇਹ ਸਾਡੇ ਤੇ ਜ਼ੁਲਮ ਕਰ ਰਹੇ ਨੇ। ਠੀਕ ਹੈ, ਉਸ ਜ਼ੁਲਮ ਦੇ ਵਿੱਚੋਂ ਇੱਕ ਇੰਡੀਆ ਨਿਕਲਿਆ। ਠੀਕ, ਤੇ ਇਸ ਇੰਡੀਆ ਨੂੰ ਸੰਭਾਲਣਾ ਵੀ ਜ਼ਿੰਮੇਵਾਰੀ ਹੈਗੀ ਹੈ। ਹੁਣ ਨੌਜਵਾਨ ਪੀੜ੍ਹੀ ਹੈਗੀ ਹੈ, ਸਾਡੇ ਤੇ ਜ਼ਿੰਮੇਵਾਰੀ, ਤੁਹਾਡੇ ਤੇ ਜ਼ਿੰਮੇਵਾਰੀ ਹੈਗੀ ਹੈ। ਕਮੀਆਂ ਪੇਸ਼ੀਆਂ ਹੁੰਦੀਆਂ ਨੇ, ਹਰੇਕ ਦੇਸ਼ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਨੇ। ਭ੍ਰਿਸ਼ਟਾਚਾਰ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈਗੀ ਹੈ। ਇਹ ਭ੍ਰਿਸ਼ਟਾਚਾਰ ਸਾਨੂੰ ਅੱਜ ਨਹੀਂ ਮਿਲਿਆ, ਇਹ ਸਾਨੂੰ ਗੋਰੇ ਹੀ ਦੇ ਕੇ ਗਏ ਨੇ। ਆਪਾਂ ਤਾਂ ਕਹਿ ਦਿੰਦੇ ਨਾ ਗੋਰਿਆਂ ਨੂੰ ਕਿ ਉਸ ਵੇਲੇ ਆ ਸੀਗਾ, ਇਹ ਸਾਨੂੰ ਭ੍ਰਿਸ਼ਟਾਚਾਰ ਉਦੋਂ ਹੀ ਮਿਲਿਆ ਕਿਉਂਕਿ ਉਹਨਾਂ ਨੇ ਆ ਕੇ ਅਫੀਮ ਦੀ ਖੇਤੀ ਦਾ ਵਪਾਰ ਸ਼ੁਰੂ ਕੀਤਾ ਇੰਡੀਆ ਦੇ ਵਿੱਚ। ਇੱਥੇ ਜਿਹੜੇ ਖੇਤ ਸੀਗੇ, ਅਫੀਮ ਦੀ ਖੇਤੀ ਇੱਥੇ ਕਰਨੀ, ਕੱਚਾ ਮਾਲ ਇੱਥੇ ਤਿਆਰ ਕਰਨਾ, ਬਾਹਰ ਵਿਦੇਸ਼ਾਂ ਨੂੰ ਭੇਜਣਾ। ਇੱਥੇ ਜਿਹੜੇ ਸੁਦਾਗਰ ਸੀਗੇ ਉਸ ਟਾਈਮ ਇੰਡੀਆ ਵਾਲੇ, ਉਹਨਾਂ ਦੇ ਨਾਲ ਉਹਨਾਂ ਨੇ ਟਾਈ ਅਪ ਕੀਤਾ। ਭ੍ਰਿਸ਼ਟਾਚਾਰ ਉਦੋਂ ਹੀ ਸ਼ੁਰੂ ਹੋ ਗਿਆ। ਉਹ ਭ੍ਰਿਸ਼ਟਾਚਾਰ ਐਸਾ ਸ਼ੁਰੂ ਹੋਇਆ, ਭਾਰਤ ਦੀ ਸਿਆਸਤ ਦੀਆਂ ਰਗਾਂ ਦੇ ਵਿੱਚ ਵੀ ਵੜ ਗਿਆ, ਉਹ ਇੱਥੇ ਕਾਰੋਬਾਰੀਆਂ 'ਚ ਵੀ ਵੜ ਗਿਆ, ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰ ਵੜ ਗਿਆ ਹੈਗਾ। ਉਸ ਭ੍ਰਿਸ਼ਟਾਚਾਰ ਨੂੰ ਕੱਢਣਾ ਪੈਣਾ ਹੈਗਾ। ਵਿਦੇਸ਼ਾਂ ਵਾਲੇ ਜਦੋਂ ਝਾਕਦੇ ਹੈਗੇ ਆ, ਉਹ ਭ੍ਰਿਸ਼ਟਾਚਾਰ ਤੋਂ ਕਾਫੀ ਬਾਹਰ ਆਏ ਨੇ। ਕੈਨੇਡਾ ਦੀ ਆਪਾਂ ਉਦਾਹਰਨ ਦਈਏ, ਉੱਥੇ ਭ੍ਰਿਸ਼ਟਾਚਾਰ ਜਿਹੜਾ ਸਿਸਟਮ ਦੇ ਵਿੱਚ ਬਹੁਤ ਘੱਟ ਹੈਗਾ, ਤੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਸਿਸਟਮ ਦੇ ਭ੍ਰਿਸ਼ਟਾਚਾਰ ਬਹੁਤ ਘੱਟ ਹੈਗਾ। ਆਪਣੇ ਦੇਸ਼ ਨੂੰ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਪੈਣਾ। ਅੱਜ ਆਜ਼ਾਦੀ ਦਿਹਾੜੇ ਉੱਤੇ ਮੈਂ ਤਾਂ ਇਹ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ 'ਚ ਭ੍ਰਿਸ਼ਟਾਚਾਰ ਜਿਹੜਾ ਹੈਗਾ ਉਹ ਖਤਮ ਹੋਏਗਾ। ਜਦੋਂ ਭ੍ਰਿਸ਼ਟਾਚਾਰ ਖਤਮ ਹੋਇਆ, ਆਪਣਾ ਦੇਸ਼ ਹੋਰ ਜ਼ਿਆਦਾ ਤਰੱਕੀ ਕਰੇਗਾ। ਬਹੁਤ ਸਾਰਾ ਪੈਸਾ ਰਾਹ ਦੇ ਵਿੱਚ ਹੀ ਖਤਮ ਹੋ ਜਾਂਦਾ, ਗਰੀਬਾਂ ਤੱਕ ਪਹੁੰਚਦਾ ਨਹੀਂ ਹੈਗਾ। ਹਰ ਇੱਕ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਗਰੀਬਾਂ ਤੱਕ ਪੈਸਾ ਜਾਵੇ। ਅੱਜ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਬੜੀ ਸੋਹਣੀਆਂ ਗੱਲਾਂ ਕੀਤੀਆਂ ਨੇ ਕਿ ਸਾਡਾ ਦੇਸ਼ ਅੱਗੇ ਵਧ ਰਿਹਾ। ਕਰੋਨਾ ਸੰਕਟ ਦੇ ਵਿੱਚ ਅਸੀਂ ਅੱਗੇ ਵਧ ਰਹੇ ਹਾਂ, ਇਸ ਵਿੱਚ ਕੋਈ ਦੋ ਰਾਏ ਨਹੀਂ, ਦੇਸ਼ ਅੱਗੇ ਵਧ ਰਿਹਾ। ਸੀਐਮ ਮਾਨ ਨੇ ਕਿਹਾ ਅਸੀਂ 1 ਸਾਲ ਦੇ ਵਿੱਚ ਚਿੱਟਾ ਖਤਮ ਕਰਨਾ ਹੈ, ਭ੍ਰਿਸ਼ਟਾਚਾਰ ਖਤਮ ਕਰਨਾ ਹੈ। ਦਾਗ ਪੰਜਾਬ ਦੇ ਮੱਥੇ ਉੱਤੇ ਲੱਗਿਆ ਹੋਇਆ ਚਿੱਟੇ ਦਾ, ਉਹ ਦਾਗ ਅਸੀਂ ਮਿਟਾਉਣਾ ਹੈ। 1 ਸਾਲ ਦਾ ਉਹਨਾਂ ਨੇ ਕਿਹਾ। ਅਗਲਾ ਆਜ਼ਾਦੀ ਦਿਹਾੜਾ ਜਿਹੜਾ ਮਨਾਉਣਾ ਹੈ, ਅਸੀਂ ਉਹ ਦਾਗ ਮਿਟਾ ਕੇ ਮਨਾਉਣਾ। ਨਸ਼ੇ ਤੋਂ ਮੁਕਤ ਹੋ ਕੇ, ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਅੱਜ ਕੱਲ੍ਹ ਨਸ਼ਾ ਬਣਿਆ ਹੋਇਆ, ਔਰ ਨਸ਼ੇ ਨੂੰ ਲੈ ਕੇ ਲਗਾਤਾਰ ਅਸੀਂ ਵੀ ਕਵਰੇਜ ਕਰਦੇ ਹਾਂ ਕਿ ਇਹ ਨਸ਼ਾ ਬੰਦ ਹੋਣਾ ਚਾਹੀਦਾ। ਤਸਕਰਾਂ ਤੱਕ ਪੁਲਿਸ ਨੂੰ ਪਹੁੰਚਾਉਣਾ ਹੋਵੇ ਜਾਂ ਪੁਲਿਸ ਤੱਕ ਤਸਕਰਾਂ ਦੀ ਉਸ ਖਬਰ ਨੂੰ ਪਹੁੰਚਾਉਣਾ ਹੋਵੇ, ਲਗਾਤਾਰ ਲਿਵਿੰਗ ਇੰਡੀਆ ਨਿਊਜ਼ ਇਸ ਪ੍ਰਯਾਸ ਦੇ ਵਿੱਚ ਲੱਗਿਆ ਰਹਿੰਦਾ। ਔਰ ਨਿਊਜ਼ ਰੂਮ ਦੇ ਵਿੱਚ ਸਾਡਾ ਮਨੀਸ਼ ਜੀ ਮੌਜੂਦ ਨੇਗੇ, ਪ੍ਰੋਡਿਊਸਰ ਨੇ ਸਾਡੇ ਮਨੀਸ਼ ਜੀ। ਅੱਜ ਪੂਰਾ ਤਿਰੰਗਾ ਤੁਹਾਡੇ ਚੈਸਟ 'ਤੇ ਵੀ ਲੱਗਿਆ ਹੋਇਆ, ਹੱਥ ਦੇ ਵਿੱਚ ਵੀ ਲਾਇਆ ਹੋਇਆ। ਕਿੰਨਾ ਕਿ 76ਵੀਂ ਵਰ੍ਹੇਗੰਢ ਅਸੀਂ ਮਨਾ ਰਹੇ ਹਾਂ ਆਜ਼ਾਦੀ ਦੀ। ਕਿਵੇਂ ਤੁਸੀਂ ਦੇਖ ਰਹੇ ਹੋ ਕਿ 76 ਸਾਲ ਦੇ ਵਿੱਚ ਕੀ ਕੁਝ ਆਜ਼ਾਦੀ ਦਾ ਤੁਹਾਡੇ ਮਨ ਦੇ ਵਿੱਚ ਮਹੱਤਵ ਹੈ? ਦੇਖੋ 76 ਸਾਲਾਂ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਹੀ ਐਸੇ ਪਲ ਆਉਂਦੇ ਨੇ, ਉਤਾਰ ਚੜਾਅ ਜ਼ਰੂਰ ਅਸੀਂ ਦੇਖੇ ਨੇ। ਚਾਹੇ ਉਹ ਪੈਂਡੇਮਿਕ ਟਾਈਮ ਹੋਇਆ, ਕਰੋਨਾ ਆਇਆ, ਉਹ ਬਹੁਤ ਕੁਝ ਇੱਦਾਂ ਦਾ ਹੋਇਆ, ਪਰ ਫਿਰ ਵੀ ਕਿਤੇ ਨਾ ਕਿਤੇ 76 ਜਿਹੜੇ ਸਾਲ ਨੇ ਸਾਡੀ ਜ਼ਿੰਦਗੀ ਦੇ ਵਿੱਚ, ਆਜ਼ਾਦੀ ਦੇ ਵਰੇ, ਸਾਡੇ ਬਜ਼ੁਰਗਾਂ ਨੇ ਜੋ ਤਸੀਹੇ ਕੱਟੇ, ਆਜ਼ਾਦੀ ਸਾਡੇ ਲਈ ਲੈ ਕੇ ਆਏ, ਉਹ ਕਿਤੇ ਨਾ ਕਿਤੇ ਅਸੀਂ ਆਜ਼ਾਦੀ ਦਾ ਨਿੱਘ ਜ਼ਰੂਰ ਮਾਣ ਰਹੇ ਹਾਂ। ਤੇ ਅਸੀਂ ਆਜ਼ਾਦ ਹਾਂ ਆਪਣੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ, ਜਿੱਥੇ ਅਸੀਂ ਆਜ਼ਾਦੀ ਨੂੰ ਇੰਨਾ ਕੁ ਮਾਣ ਰਹੇ ਹਾਂ ਕਿ ਹਾਂ ਆਪਣੇ ਮੁਤਾਬਿਕ ਅਸੀਂ ਚੱਲ ਸਕਦੇ ਹਾਂ, ਆਪਣੀਆਂ ਇੱਛਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ, ਆਪਣੀਆਂ ਜੋ ਵੀ ਸਾਡੇ ਦਿਲ ਦੀਆਂ ਇੱਛਾਵਾਂ ਨੇ ਉਹਨਾਂ ਨੂੰ ਪੂਰਾ ਕਰ ਸਕਦੇ ਹਾਂ। ਹਰ ਇੱਕ ਜੋ ਇੰਡੀਅਨ ਭਾਰਤੀ ਚਾਹਵੇ ਕਿ ਆਪਣੇ ਮਨ ਦੇ ਵਿੱਚ ਜੋ ਵੀ ਹੈ ਉਸ ਨੂੰ ਸਾਹਮਣੇ ਲਿਆਉਂਦਾ। ਉਹ ਬਹੁਤ ਸਾਰੀ ਚੀਜ਼ਾਂ। ਬਹੁਤ ਬਹੁਤ ਧੰਨਵਾਦ ਮਨੀਸ਼ ਜੀ। ਤੇ ਇਹ ਲਗਾਤਾਰ ਸਟਾਫ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਹਰਿਆਣੇ ਦੇ ਉਸ ਐਂਗਲ ਦੇ ਨਾਲ, ਕਿਉਂਕਿ ਹਰਿਆਣਾ ਵੀ ਲਗਾਤਾਰ ਲਿਵਿੰਗ ਇੰਡੀਆ ਨਿਊਜ਼ ਕਵਰੇਜ ਕਰਦਾ ਹੈ, ਦੇਸ਼ ਵਿਦੇਸ਼ਾਂ ਤੱਕ ਖਬਰਾਂ ਪਹੁੰਚਾਉਂਦਾ। ਔਰ ਹਰਿਆਣਾ ਦੇ ਸੀਨੀਅਰ ਐਂਕਰ ਵੀ ਜਿਹੜੇ ਮੌਜੂਦ ਨੇਗੇ, ਉਹਨਾਂ ਦੇ ਮਨ ਦੇ ਵਿੱਚ ਕੀ ਹੈ। ਬਹੁਤ ਸੋਹਣੇ ਤਿਆਰ ਵੀ ਹੋ ਕੇ ਆਏ ਨੇਗੇ। ਮੈਮ,
ਕਿਵੇਂ ਵੇਖਦੇ ਹੋ ਜੀ 76 ਸਾਲ ਹੋ ਗਏ ਆਜ਼ਾਦੀ ਨੂੰ, ਤੁਹਾਡੇ ਮਨ ਦੇ ਵਿੱਚ ਆਜ਼ਾਦੀ ਕੀ ਹੈ? ਕਿਉਂਕਿ ਤੁਸੀਂ ਇੱਕ ਮਹਿਲਾ ਵੀ ਹੋ ਔਰ ਨਾਲ ਨਾਲ ਐਂਕਰ ਵੀ ਹੋ, ਨਿਊਜ਼ ਵੀ ਤੁਸੀਂ ਬਣਾਉਂਦੇ ਹੋ, ਲੇਕਿन ਤੁਹਾਡੇ ਮਨ ਦੇ ਵਿੱਚ ਕੀ ਹੈਗਾ 76 ਸਾਲ ਦੇ ਵਿੱਚ ਆਜ਼ਾਦੀ? आज़ादी की अगर बात की जाए तो आज पूरा देश ही स्वतंत्रता दिवस मना रहा है। 77वां दिवस है जो हम इस बार मना रहे हैं, और ये आज़ादी अपने आप में ख़ास है। ख़ास इसलिए है कि इस आज़ादी के लिए हमारे पूर्वजों ने कुर्बानियाँ दी हैं, उन कुर्बानियों को याद करने का दिन है, और उसे याद करके जो युवा पीढ़ी है उसको ये सोचना चाहिए कि किस तरीके से हमें अपने देश को अब आगे ले जाना है। जिस तरीके से विकसित देश बनाने की बात की जा रही है, प्रधानमंत्री की बात की जाए तो आज लाल किले की प्राचीर से उन्होंने भी संदेश दिया कि 1947 में ये देश आज़ाद हुआ था, और 100 साल पूरे होने जा रहे हैं 47 में, 2047 में हमारा देश विकसित देश बनना चाहिए। तो इस ओर हमें अपना कदम बढ़ाना चाहिए, और अपने अपने स्थान से जहाँ भी हम हैं, जिस तरीके से भी हम अपना कंट्रीब्यूशन दे सकते हैं इस देश की आज़ादी को आगे बढ़ाने में, देश को आगे ले जाने में, हमें ज़रूर देना चाहिए। ਤੁਸੀਂ ਹਿੰਦੀ ਦੀ ਖਬਰਾਂ ਸਾਰੀਆਂ ਕਰਦੇ ਹੈਗੇ ਹੋ, ਤੁਸੀਂ ਲਗਾਤਾਰ ਮਹਿਲਾਵਾਂ ਦੀਆਂ ਖਬਰਾਂ ਹੋਣ, ਭਾਵੇਂ ਉਹ ਮਨੀਪੁਰ ਦੀ ਘਟਨਾ ਹੋਵੇ ਜਾਂ ਮਹਿਲਾਵਾਂ ਦੇ ਵਿੱਚ ਪਿੱਛੇ ਅੰਮ੍ਰਿਤਸਰ ਤੋਂ ਇੱਕ ਖਬਰ आई ਸੀਗੀ, ਕਿਵੇਂ ਵੇਖਦੇ ਹੋ ਜੀ ਕਿ ਮਹਿਲਾਵਾਂ ਦੇ ਲਈ ਆਜ਼ਾਦੀ ਕੀ ਹੈਗੀ ਹੈ? बिल्कुल, अगर महिलाओं की बात की जाए तो ये सबसे बड़ा मुद्दा हो जाता है। देश की आधी आबादी कही जाती है महिलाएं, और महिलाओं को आज भी अगर अपने देश की बात की जाए या पूरे विश्व के परिप्रेक्ष्य में भी बात करें तो कहीं ना कहीं अभी भी आवाज़ उठाने की ज़रूरत है। आज भी उस अधिकार को पाने के लिए महिलाओं को लड़ना पड़ता है। आज उन्हें आज़ादी की बात की जाए तो आज़ादी ज़रूर मिली है, लेकिन अधिकार की आज़ादी आज भी नहीं मिल सकी है जिस तरह से उन्हें मिलनी चाहिए थी। इसके लिए आज भी जंग जारी है। और अगर हम अपने पूर्वजों की बात करें, रानी लक्ष्मीबाई की बात करें, तमाम ऐसे नाम हैं, सुचिता कृपलानी की बात करें, तमाम ऐसे नाम हैं जो हमारे जहन में आते हैं जिन्होंने उस दौरान भी अपने अधिकार को छीन कर लिया था। तो आज भी मैं अपनी महिलाओं से, अपने देश की महिलाओं से यही कहना चाहूँगी, पीछे हटने की ज़रूरत नहीं है, और अगर कहीं भी कोई गलत चीज़ हो रही है तो उसके लिए आवाज़ उठाना ज़रूरी है। आवाज़ उठा करके ही हम अपना अधिकार ले सकते हैं। बहुत धन्यवाद। ਤੇ ਬਿਲਕੁਲ 76ਵੇਂ ਆਜ਼ਾਦੀ ਦਿਹਾੜੇ ਨੂੰ ਲਗਾਤਾਰ ਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਹੈਗਾ, ਔਰ ਇੱਥੇ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਦੀ ਜ਼ਿਕਰ ਕੀਤਾ ਜਾਵੇ ਤੇ ਉਹ ਵੀ ਇਸ ਖੁਸ਼ੀਆਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ। ਹਰ ਕਿਸੇ ਦੇ ਮਨ ਦੇ ਵਿੱਚ ਆਪਣੇ ਇੱਕ ਵਿਚਾਰ ਨੇ, ਆਪਣੀ ਇੱਕ ਧਾਰਨਾਵਾਂ ਨੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਆਜ਼ਾਦ ਹੋਇਆ ਤੇ ਸਾਡੇ ਵਿੱਚ ਮਕਸਦ ਕੀ ਹੈ। ਅੱਜ ਇਹ ਤੁਹਾਡੇ ਤੱਕ ਪਹੁੰਚਾਉਣਾ ਇਸ ਕਰਕੇ ਵੀ ਜ਼ਰੂਰੀ ਸੀ ਕਿਉਂਕਿ टीवी ਦੇ ਸਕਰੀਨ ਦੇ ਉੱਪਰ ਬੈਠਾ ਐਂਕਰ ਤੇ ਦਿਖਦਾ, ਲੇਕਿਨ ਉਸ ਦੇ ਪਿੱਛੇ ਕਿੰਨੀ ਕੁ ਮਿਹਨਤ ਹੁੰਦੀ ਹੈ, ਉਸ ਦੇ ਪਿੱਛੇ ਕਿਹੜੇ ਲੋਕ ਹੁੰਦੇ ਨੇ। ਅੱਜ ਉਹਨਾਂ ਦੀ ਵੀ ਆਜ਼ਾਦੀ ਦਾ ਗੱਲ ਕਰਨਾ, ਉਹਨਾਂ ਦੀ ਵੀ ਆਜ਼ਾਦੀ ਤੇ ਜ਼ਿਕਰ ਕਰਨਾ ਔਰ ਉਹਨਾਂ ਦੀ ਭਾਵਨਾਵਾਂ ਤੁਹਾਡੇ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਸੀਗੀ। ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਦਮਪ੍ਰੀਤ ਸਿੰਘ, ਲਿਵਿੰਗ ਇੰਡੀਆ ਨਿਊਜ਼।